गुड आफ्टरनून एवरीवन। अज असी अगला टॉपिक करन लगे हाँ पंजाब पुलिस केडर का डैसीमल। एक्चुअली डैसीमल के नाल फ्रैक्शन चैप्टर भी स्टार्ट होंदा है, बट मैं पहला डैसीमल करवावांगी, उस तो बाद फ्रैक्शन करवावांगी। तो फ्रैक्शन टॉपिक दे विच एडिशन ऑफ फ्रैक्शन ते सबट्रैक्शन ऑफ फ्रैक्शन करवाउण तो पहला आपां LCM ते HCF करांगे। मम्मा सस्सा वावा लल्ला सस्सा वावा उहदे भी मैं थोड़े क्वेश्चनस करवावांगी। डैसीमल की है, यानी कि दशमलव दे विच लिखना है आपां नंबरस नूं। सब तो पहला इहदी डेफिनेशन है, डैसीमल नंबर कैन बी डिफाइन एज अ नंबर whose whole number part and the fraction part is separated by decimal point। जिवें मान लो मैं नंबर लिखण लगी हाँ 23.45। हुण इनू आपां 23.45 नहीं बोलना, इनू आपां बोलांगे 23.45। ਜਿਹੜੇ ਡੈਸੀਮਲ ਤੋਂ ਬਾਅਦ ਵਾਲੇ ਡਿਜਿਟ ਹੁੰਦੇ ਨੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰਕੇ ਬੋਲਣਾ। ਜਿਵੇਂ 23.45, ਜਿਵੇਂ 15.678, ਇਹਨੂੰ 678 नहीं बोलना ਆਪਾਂ ਕਦੇ ਵੀ। ਜਿਵੇਂ ਨੰਬਰ ਨੇਮ ਲਿਖਿਆ ਆਊਗਾ ਤਾਂ ਇਹਦਾ ਨੰਬਰ ਨੇਮ ਕੀ ਬਣੂਗਾ 15.678। ਇਹਨੂੰ ਅਲੱਗ-ਅਲੱਗ ਬੋਲਣਾ, ਯਾਨੀ ਕਿ ਇਹਦੇ ਵਿੱਚ ਜਿਹੜਾ ਹੋਲ ਨੰਬਰ ਪਾਰਟ ਆ ਇਹਨੂੰ ਆਪਾਂ ਕੀ ਬੋਲਾਂਗੇ, ਇਹ ਕੀ ਆ ਹੋਲ ਨੰਬਰ ਪਾਰਟ ਆ, ਤੇ ਜਿਹੜਾ ਆਹ ਵਾਲਾ ਪਾਰਟ ਆ ਇਹਨੂੰ ਆਪਾਂ ਬੋਲਾਂਗੇ ਫ੍ਰੈਕਸ਼ਨ ਪਾਰਟ। ਤੇ ਇਹ ਕਾਹਦੇ ਨਾਲ ਸੈਪਰੇਟ ਹੁੰਦਾ ਆ, ਡੈਸੀਮਲ ਪੁਆਇੰਟ ਦੇ ਨਾਲ, ਯਾਨੀ ਕਿ ਇਹ ਡਾਟ ਨੂੰ ਕੀ ਬੋਲਦੇ ਆ ਆਪਾਂ, ਡੈਸੀਮਲ ਪੁਆਇੰਟ ਬੋਲਦੇ ਆ। ਨੈਕਸਟ ਹੈਗਾ ਆ ਦੇਖੋ, ਜਿਵੇਂ ਇੱਥੇ ਐਗਜ਼ਾਮਪਲ ਲਿਖਵਾਈ ਹੋਈ ਆ 17.48। 17.48 ਦਾ ਨੰਬਰ ਮਤਲਬ ਕੀ ਆ, ਮੂਹਰੇ ਕੀ ਦਿੱਤੇ ਹੋਏ ਨੇ 17। ਜਿਵੇਂ ਮੈਂ ਲਿਖਤਾ ਵੀ 17 ਰੁਪਏ 48 ਪੈਸੇ ਨੇ, ਤਾਂ 17.48 ਦਾ ਮਤਲਬ ਕੀ ਆ, ਆਪਣੇ ਕੋਲ 27 ਰੁਪਈਆਂ ਦੇ ਨੋਟ ਨੇ। ਮੰਨ ਲਓ ਮੈਂ 17 ਕੁਆਇਨ ਰੱਖੇ ਹੋਏ ਨੇ, ਤਾਂ 17 ਦਾ ਮੂਹਰਲਿਆਂ ਦਾ 17 ਦਾ ਮਤਲਬ ਕੀ ਆ, ਆਪਣੇ ਕੋਲ 17 ਕੀ ਨੇ, ਕੁਆਇਨ ਨੇ, ਯਾਨੀ ਕਿ 17 ਕੀ ਹੈ, ਇੱਕ ਹੋਲ ਨੰਬਰ ਆ। ਉਸ ਤੋਂ ਬਾਅਦ 0.4 ਦਾ ਮਤਲਬ ਕੀ ਆ, 4 ਦਾ ਮਤਲਬ ਕੀ ਆ, 4 ਆਊਟ ਆਫ 10, ਯਾਨੀ ਕਿ 4/10, ਯਾਨੀ ਕਿ 4/10, ਯਾਨੀ ਕਿ 10 ਪਾਰਟ ਦੇ ਵਿੱਚੋਂ ਆਪਾਂ ਕਿੰਨੇ ਪਾਰਟ ਲਏ ਹੋਏ ਆ, 4 ਪਾਰਟ ਲਏ ਹੋਏ ਆ। ਅਤੇ ਨੀਚੇ ਮਗਰ ਵਾਲੇ 8 ਦਾ ਮਤਲਬ ਕੀ ਆ, 100 ਡੱਬਿਆਂ ਦੇ ਵਿੱਚੋਂ ਆਪਾਂ ਕਿੰਨੇ ਡੱਬੇ ਸਿਲੈਕਟ ਕੀਤੇ ਹੋਏ ਆ, 8 ਆਊਟ ਆਫ 100, ਯਾਨੀ ਕਿ ਪੁਆਇੰਟ ਤੋਂ ਬਾਅਦ ਜਿਹੜਾ 4 ਲਿਖਿਆ ਹੋਇਆ ਉਹਦਾ ਮਤਲਬ ਆ 4/10, ਅਤੇ ਜਿਹੜਾ ਉਸ ਤੋਂ ਅਗਲਾ ਡਿਜਿਟ ਆ 8 ਉਹਦਾ ਮਤਲਬ ਆ 8/100। ਅਤੇ ਜੇ ਇਹਦੇ ਮਗਰ ਇੱਕ ਹੋਰ ਅੱਖਰ ਹੁੰਦਾ 6, ਉਹਦਾ ਮਤਲਬ ਹੋਣਾ ਸੀ 6 ਆਊਟ ਆਫ 1000। ਜਿਵੇਂ ਹੁਣ ਆਹ ਐਗਜ਼ਾਮਪਲ ਆ 13.95। ਆ ਇੱਕ 13 ਨੂੰ ਆਪਾਂ ਕੀ ਬੋਲਦੇ ਹਾਂ, ਇਕਾਈ ਵਾਲਾ ਅੰਕ, ਅਤੇ 1 ਨੂੰ ਆਪਾਂ ਬੋਲਦੇ ਹਾਂ ਦਹਾਈ ਵਾਲਾ ਅੰਕ। ਆ ਗਿਆ ਡੈਸੀਮਲ ਪੁਆਇੰਟ, ਅਤੇ ਇਹਨੂੰ ਆਪਾਂ ਕੀ ਬੋਲਾਂਗੇ 1/10ਵਾਂ ਹਿੱਸਾ, ਅਤੇ 5ਵੇਂ ਨੂੰ ਆਪਾਂ ਬੋਲਾਂਗੇ 1/100, ਯਾਨੀ ਕਿ 1/100ਵਾਂ। ਯਾਨੀ ਕਿ 13 ਨੂੰ ਜੇ ਮੈਂ ਇਹਨੂੰ ਖੋਲ੍ਹ ਕੇ ਲਿਖਾਂ ਤਾਂ ਇਹ ਕੀ ਬਣ ਜੂਗਾ, 10 + 3 + 9/10 + 5/100। ਕਿਉਂਕਿ ਇਹ 10 ਅਤੇ 3 ਬਣ ਗਿਆ ਆਪਣੇ ਕੋਲ 13, ਅਤੇ 9/10 ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 0.9, ਕਿਉਂਕਿ ਜਿੰਨੀਆਂ 0 ਹੋਣ ਉਨੇ ਡਿਜਿਟ ਛੱਡ ਕੇ ਆਪਾਂ ਕੀ ਲਾਉਂਦੇ ਹਾਂ, ਪੁਆਇੰਟ। ਤਾਂ ਇਹਨਾਂ ਨੂੰ ਜੋੜੀਏ ਤਾਂ ਕਿੰਨਾ ਬਣ ਜੂਗਾ 13.9, ਅਤੇ ਹੁਣ 2 0 ਆ ਗਈਆਂ, ਯਾਨੀ ਕਿ 2 ਅੱਖਰ ਛੱਡ ਕੇ ਪੁਆਇੰਟ ਲਾਉਣਾ, ਬਟ ਅੱਖਰ ਆਪਣੇ ਕੋਲ 5 ਹੀ ਆ, ਤਾਂ ਆਪਾਂ ਮੂਹਰੇ ਜਿੰਨੀਆਂ ਮਰਜ਼ੀ ਜ਼ੀਰੋਜ਼ ਲਗਾ ਸਕਦੇ ਹਾਂ। ਤਾਂ ਮਗਰੋਂ 2 ਅੱਖਰ ਛੱਡ ਕੇ ਆਪਾਂ ਪੁਆਇੰਟ ਲਾਵਾਂਗੇ ਤਾਂ ਇੰਨਾ ਬਣ ਗਿਆ। ਹੁਣ ਤਿੰਨਾਂ ਨੂੰ ਜਦੋਂ ਆਪਾਂ ਐਡ ਕਰਾਂਗੇ ਤਾਂ ਕੀ ਬਣੂਗਾ, 13.95 ਬਣੂਗਾ। ਐਗਜ਼ਾਮਪਲ ਹੁਣ ਦੇਖੋ ਆ ਦਿੱਤਾ ਹੋਇਆ 0.33 ਦਾ ਮਤਲਬ ਕੀ ਆ, 33/100, ਯਾਨੀ ਕਿ ਪੁਆਇੰਟ ਦਾ ਲੱਗ ਗਿਆ 1, ਅਤੇ ਨੀਚੇ ਕਿੰਨੀਆਂ 0 ਆ ਗਈਆਂ, ਜਿੰਨੇ ਅੱਖਰ ਛੱਡ ਕੇ ਪੁਆਇੰਟ ਲੱਗਿਆ ਹੋਇਆ। 2 ਡੈਸੀਮਲ ਪਲੇਸ ਦਾ ਮਤਲਬ ਥੱਲੇ 2 ਜ਼ੀਰੋਜ਼ ਲੱਗਣਗੀਆਂ। ਹੁਣ ਜਿਵੇਂ ਆ 52/1000, 52/1000 ਦਾ ਮਤਲਬ 3 ਡਿਜਿਟ ਲੱਗ ਕੇ ਆਪਣੇ ਕੋਲ 0 ਲੱਗਣਗੀਆਂ, ਬਟ 52 2 ਹੀ ਅੱਖਰ ਨੇ, ਮੂਹਰੇ ਜਿੰਨੀਆਂ ਮਰਜ਼ੀ ਜ਼ੀਰੋਜ਼ ਲਗਾ ਲਓ, ਭਾਵੇਂ 1 0 ਲਗਾ ਲਓ, ਤਾਂ ਪੁਆਇੰਟ ਕੀ ਆ ਜਾਊਗਾ, ਮੂਹਰੇ ਆ ਜਾਊਗਾ। ਵੈਸੇ ਹੀ ਅਗਲੀ 1 0 ਐਕਸਟਰਾ ਲਗਾ ਦਿੰਦੇ ਆ। ਨੈਕਸਟ ਹੈਗਾ 10/24/100। 10/24/100 ਦਾ ਮਤਲਬ ਕੀ ਆ, ਇਹ ਵੈਸੇ ਤਾਂ ਆਪਾਂ ਨੂੰ ਫ੍ਰੈਕਸ਼ਨ ਦਿੱਤੀ ਹੋਈ ਆ, ਇਹਨੂੰ ਕੀ ਬੋਲਦੇ ਆ, ਮਿਕਸ ਫ੍ਰੈਕਸ਼ਨ ਬੋਲਦਾ। ਇਹਦਾ ਮਤਲਬ ਕੀ ਹੈਗਾ, ਵੈਸੇ ਆਪਾਂ ਜੇ ਇਹਨੂੰ ਸੋਲਵ ਕਰੀਏ, ਆਪਣੇ ਕੋਲ ਜਿਹੜਾ ਇਹ ਵਾਲਾ ਹੁੰਦਾ ਆ ਡਿਵਾਈਜ਼ਰ ਹੁੰਦਾ ਆ, ਜਿਹਦੇ ਨਾਲ ਆਪਾਂ ਭਾਗ ਕਰਦੇ ਹਾਂ, ਇਹ ਆਪਣੇ ਕੋਲ ਕੋਸ਼ੀਐਂਟ ਹੁੰਦਾ ਆ, ਅਤੇ ਇਹ ਆਪਣੇ ਕੋਲ ਰਿਮਾਈਂਡਰ ਹੁੰਦਾ। ਇਹਦਾ ਆਨਸਰ ਹੁੰਦਾ 10 × 1000 + 24/100, ਯਾਨੀ ਕਿ ਕਿੰਨਾ ਆ ਜਾਊਗਾ ਇਹ ਆਪਣੇ ਕੋਲ 4 ਜ਼ੀਰੋਆਂ ਦੇ ਵਿੱਚ ਆਪਾਂ ਜੇ 24 ਐਡ ਕਰਾਂਗੇ ਤਾਂ ਕੀ ਬਣ ਜੂਗਾ, 10,024/100। ਅਤੇ ਜੇ ਇਹਨੂੰ ਆਪਾਂ ਇਹ ਸਿੰਪਲ ਫੋਰਮ ਦੇ ਵਿੱਚ ਲਿਖਣਾ ਹੋਵੇ ਤਾਂ ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ 10 + 24/100।
सॉरी इत्थे 1000 लगाता मैं गलती नाल, इत्थे अपने कोले 100 सीगा, तां इत्थे भी फिर अपने कोले ये बनूगा अपने कोले 1000 + 24, तो 1024/100। ਤਾਂ ਇਹ ਚੀਜ਼ ਆ। ਇਹਦਾ ਮਤਲਬ ਕੋਈ ਵੀ ਜੇ ਆਪਣੇ ਕੋਲੇ ਫ੍ਰੈਕਸ਼ਨ ਹੈਗੀ ਆ, ਜਿਵੇਂ ਹੁਣ ਮੰਨ ਲਓ ਮੈਂ ਇੱਕ ਹੋਰ ਐਗਜ਼ਾਮਪਲ ਕਰਵਾ ਦਿੰਦੀ ਹਾਂ। ਜਿਵੇਂ ਮੰਨ ਲਓ ਐਗਜ਼ਾਮਪਲ ਆ 2 ਸਹੀ 3/4, ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 2 + 3/4, ਤੇ 3/4 ਨੂੰ ਡਿਵਾਈਡ ਕਰਕੇ ਆਪਾਂ ਡੈਸੀਮਲ 'ਚ ਵੀ ਲਿਖ ਸਕਦੇ ਹਾਂ। 3 ਆਊਗਾ ਅੰਦਰ, 4 ਆਊਗਾ ਬਾਹਰ। ਤਾਂ ਇੱਥੇ ਹੁਣ ਆਪਣੇ ਕੋਲੇ ਛੋਟਾ ਡਿਜਿਟ ਆ, ਤਾਂ ਆਪਾਂ ਪੁਆਇੰਟ ਲਾ ਕੇ ਕੀ ਲਾ ਲਾਂਗੇ 0, ਤਾਂ 0.7 ਚੌਕਾ 28, 2 ਤੇ 4 5 20, ਯਾਨੀ ਕਿ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 2 + 0.75। ਆਪਾਂ ਐਵੇਂ ਨੰਬਰਸ ਨੂੰ ਲਿਖ ਸਕਦੇ ਹਾਂ। ਤਾਂ ਹੁਣ ਜਿਵੇਂ ਮੰਨ ਲਓ ਆਹ ਦਿੱਤਾ ਵਾ 8.101052, ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 8 + 1052 ਬਟਾ ਕਿੰਨੀਆਂ 0 ਆਉਣਗੀਆਂ ਥੱਲੇ 4 0 ਆਉਣਗੀਆਂ, ਕਿਉਂਕਿ 4 ਪੁਆਇੰਟ ਲੱਗ ਕੇ ਛੱਡ ਕੇ ਆਪਣੇ ਕੋਲ ਕੀ ਲੱਗਿਆ ਹੋਇਆ ਡੈਸੀਮਲ ਲੱਗਿਆ ਹੋਇਆ। ਆਈ ਹੋਪ ਸਾਰਿਆਂ ਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਨੇ ਕਿ ਜੇ ਆਪਣੇ ਕੋਲ ਕੋਈ ਨੰਬਰ ਲਿਖਿਆ ਤਾਂ ਉਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਹੋਰ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਇਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ ਨਾ 8 + 0.1052। ਮੈਂ ਦੁਬਾਰਾ ਇੱਕ ਐਗਜ਼ਾਮਪਲ ਲੈ ਕੇ ਕਰਵਾਉਂਦੀ ਹਾਂ। ਜਿਵੇਂ ਮੰਨ ਲਓ ਆਪਣੇ ਕੋਲ ਲਿਖਿਆ ਹੋਇਆ 15.7489, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 15 + 0.7489। ਹੋਰ ਇਹਨੂੰ ਕੀ ਲਿਖ ਸਕਦੇ ਹਾਂ 15 + 7489। ਆਪਾਂ ਪੁਆਇੰਟ ਦਾ ਨੀਚੇ ਕੀ ਲਗਾ ਲਾਂਗੇ 1, ਕਿੰਨੇ ਡਿਜਿਟ ਆ ਮਗਰ 4 0 ਤਾਂ ਕਿੰਨਾ ਲੱਗ ਜਾਣਗੀਆਂ 4 0। ਇਹਦਾ ਮਤਲਬ ਇਸ ਨੰਬਰ ਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ, ਯਾਨੀ ਕਿ ਡੈਸੀਮਲ ਤੋਂ ਆਪਾਂ ਫ੍ਰੈਕਸ਼ਨ 'ਚ ਕਨਵਰਟ ਕਰ ਸਕਦੇ ਹਾਂ ਅਤੇ ਫ੍ਰੈਕਸ਼ਨ ਨੂੰ ਆਪਾਂ ਡੈਸੀਮਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਕੀ ਹੈ, ਜਿਵੇਂ ਹੁਣ ਮੰਨ ਲਓ ਕੋਈ ਨੰਬਰ ਲਿਖਿਆ ਹੋਇਆ 5000। 5000 ਦਾ ਮਤਲਬ ਕੀ ਆ ਆਪਣੇ ਕੋਲੇ 5 × 1000, ਅਤੇ 1000 ਦਾ ਮਤਲਬ ਕੀ ਆ ਆਪਣੇ ਕੋਲੇ 10 × 10 × 10। ਪਾਵਰ ਸੇਮ ਹੋਵੇ ਤਾਂ ਬੇਸ ਕੀ ਹੋ ਜਾਂਦਾ ਐਡ, ਤਾਂ 10 ਦੀ ਪਾਵਰ 1, 10 ਦੀ ਪਾਵਰ 1, 10 ਦੀ ਪਾਵਰ 1, ਤਾਂ 1 + 1 + 1 ਕੀ ਬਣ ਜਾਊਗਾ 10 ਦੀ ਪਾਵਰ 3। ਇਹਦਾ ਮਤਲਬ ਜਿਹਦੇ ਨੰਬਰ ਦੇ ਮਗਰ ਕਾਫੀ ਜ਼ਿਆਦਾ ਜ਼ੀਰੋਜ਼ ਦਿੱਤੀਆਂ ਤਾਂ ਉਹਨੂੰ ਆਪਾਂ 10 ਦੀ ਪਾਵਰ ਦੇ ਵਿੱਚ ਲਿਖ ਸਕਦੇ ਹਾਂ। ਜਿਵੇਂ ਹੁਣ ਮੰਨ ਲਓ ਨੰਬਰ ਦਿੱਤਾ 7 ਦੇ ਮਗਰ 6 ਜ਼ੀਰੋਆਂ ਦਿੱਤੀਆਂ, ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 7 × 10 ਦੀ ਪਾਵਰ 6। ਜੇ ਇਹੀ ਨੰਬਰ ਆਪਣੇ ਕੋਲੇ ਫ੍ਰੈਕਸ਼ਨ ਦੇ ਵਿੱਚ ਹੁੰਦਾ, ਜਿਵੇਂ ਹੁਣ ਮੰਨ ਲਓ ਨੰਬਰ ਹੁੰਦਾ 1/5000, ਤਾਂ ਇਹ ਆਉਣਾ ਸੀ 1/5 × 10 ਦੀ ਪਾਵਰ 3। ਤਾਂ 1/5 ਨੂੰ ਮੈਂ ਅਲੱਗ ਲਿਖ ਲਾਂ ਅਤੇ 1/10 ਦੀ ਪਾਵਰ 3 ਨੂੰ ਅਲੱਗ ਲਿਖ ਲਾਂ, ਕੋਈ ਫਰਕ ਨਹੀਂ ਪਿਆ। ਤਾਂ 1/5 ਹੁਣ ਇਹ ਹਰ ਦੇ ਵਿੱਚ ਆ ਅਤੇ ਇਹ ਉੱਪਰ ਜਾ ਕੇ ਕੀ ਆ ਜਾਊਗੀ 10 ਦੀ ਪਾਵਰ -3। ਇਹਦਾ ਮਤਲਬ ਡੈਸੀਮਲ ਕੀ ਆ, ਇੱਕ ਡੈਸੀਮਲ ਦਾ ਮਤਲਬ ਆ ਵੀ ਜੇ ਕੋਈ ਨੰਬਰ ਆਪਣੇ ਕੋਲੇ ਹਰ ਦੇ ਵਿੱਚ ਦਿੱਤਾ ਹੋਇਆ ਉਹਨੂੰ ਆਪਾਂ ਉੱਪਰ ਲੈ ਕੇ ਜਾਂਦੇ ਹਾਂ ਤਾਂ ਉਹ ਨੰਬਰ ਫ੍ਰੈਕਸ਼ਨ ਵਾਲਾ ਨੰਬਰ ਨੂੰ ਕੀ ਕਰ ਸਕਦੇ ਹਾਂ ਆਪਾਂ ਡੈਸੀਮਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਇਹਦਾ ਮਤਲਬ ਇਸ ਨੰਬਰ ਨੂੰ ਆਪਾਂ ਹੋਰ ਕੀ ਲਿਖ ਸਕਦੇ ਹਾਂ 1/5 × 10 ਦੀ ਪਾਵਰ -3, ਕਿਉਂਕਿ ਜਦੋਂ ਇਹ ਉੱਪਰ ਜਾਊਗਾ ਹੁਣ ਇਹ 1/10 ਦੀ ਪਾਵਰ 3 ਆ, ਅਤੇ ਜੇ ਆਪਾਂ ਇਹਦਾ ਰੈਸੀਪ੍ਰੋਕਲ ਕਰਾਂਗੇ ਤਾਂ ਉਦੋਂ ਆਪਣੇ ਕੋਲ ਕੀ ਲੱਗ ਜਾਂਦਾ ਹੁੰਦਾ ਮਾਈਨਸ ਦਾ ਸਾਈਨ ਲੱਗ ਜਾਂਦਾ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਐਡੀਸ਼ਨ ਕਿਵੇਂ ਕਰਨੀ ਆ। ਜਿਵੇਂ ਹੁਣ ਮੈਂ ਐਗਜ਼ਾਮਪਲ ਕਰਵਾਈ ਆ 56.39 ਦੇ ਵਿੱਚ ਆਪਾਂ 18.16 ਜੋੜਨਾ। ਜੋੜ ਆਪਾਂ ਸਿੰਪਲ ਹੀ ਕਰਨਾ, ਜਿਵੇਂ ਆਪਾਂ ਨੋਰਮਲ ਜੋੜ ਕਰਦੇ ਹਾਂ ਵੀ ਜਿਵੇਂ ਆਪਾਂ ਹਾਸਲ ਲੈਂਦੇ ਹਾਂ ਉਵੇਂ ਹੀ ਆਪਾਂ ਸੇਮ ਵੇ ਦੇ ਨਾਲ ਜੋੜ ਕਰਨਾ। ਬਸ ਲਿਖਣਾ ਕੀ ਆ ਪੁਆਇੰਟ ਦੇ ਨੀਚੇ ਹੀ ਪੁਆਇੰਟ ਆਉਣਾ ਚਾਹੀਦਾ, ਪੁਆਇੰਟ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਜਿਵੇਂ ਹੁਣ ਇਹਨਾਂ ਦੇ ਵਿੱਚ ਦੇਖੋ ਪੁਆਇੰਟ ਡੈਸੀਮਲ ਦੇ ਨੀਚੇ ਡੈਸੀਮਲ ਲਿਖ ਲਿਆ, 9 ਤੇ 1 ਕੀ ਹੋ ਗਏ 10, ਇੱਕ ਹਾਸਲ ਲੈ ਲਿਆ, 6 ਤੇ 3 9 10 ਆ ਗਏ, ਫਿਰ ਇੱਕ ਹਾਸਲ ਆ ਗਿਆ, ਅੱਗੇ ਚੱਲ ਗਿਆ ਡੈਸੀਮਲ ਤੋਂ, ਫਿਰ 8 ਤੇ 6 14, ਇੱਕ ਹਾਸਲ ਆਇਆ ਵੈਸੇ 15 ਬਣ ਗਿਆ, 5 ਤੇ 1 6 ਤੇ 1 7 ਹਾਸਲ ਲੈ ਕੇ ਜੋੜਤਾ। ਨੈਕਸਟ ਆਪਣੇ ਕੋਲੇ ਮੈਂ ਇੱਕ ਹੋਰ ਐਗਜ਼ਾਮਪਲ ਦਿਖਾ ਦਿੰਦੀ ਹਾਂ ਐਡਿੰਗ ਡੈਸੀਮਲ ਨੰਬਰ ਦੀ। ਜਿਵੇਂ ਹੁਣ ਇਹਨਾਂ ਨੇ 4 ਨੰਬਰ ਜੋੜੇ ਆਪਾਂ, ਪਹਿਲਾ ਨੰਬਰ ਸੀ 12.6, ਦੂਜਾ ਨੰਬਰ ਸੀ 4, 0.24 ਤੇ 100। ਹੁਣ ਦੇਖੋ 4 ਦੇ ਮਗਰ ਡੈਸੀਮਲ ਹੈ ਨਹੀਂ ਸੀ, ਬਟ 4 ਨੂੰ ਆਪਾਂ ਐਂ ਤਾਂ ਲਿਖ ਹੀ ਸਕਦੇ ਹਾਂ ਪੁਆਇੰਟ ਲਾ ਕੇ, ਜਿੰਨੀਆਂ ਮਰਜ਼ੀ ਜ਼ੀਰੋਆਂ ਲਾ ਦਿਓ ਕੋਈ ਫਰਕ ਨਹੀਂ ਪਿਆ, ਬਟ ਆਪਾਂ ਨੂੰ ਜ਼ਿਆਦਾ ਜ਼ੀਰੋ ਲਾਉਣ ਦੀ ਜ਼ਰੂਰਤ ਨਹੀਂ। ਹੁਣ ਦੇਖੋ ਇਹਦੇ ਮਗਰ ਡੈਸੀਮਲ ਤੋਂ ਬਾਅਦ ਇੱਕ ਅੱਖਰ ਸੀ,
0.24 ਦੇ ਮਗਰ ਡੈਸੀਮਲ ਤੋਂ ਬਾਅਦ 2 ਅੱਖਰ ਸੀ, 100 ਦੇ ਮਗਰ ਵੀ ਡੈਸੀਮਲ ਹੈ ਨਹੀਂ, 4 ਦੇ ਮਗਰ ਵੀ ਡੈਸੀਮਲ ਹੈ ਨਹੀਂ। ਇਹਦਾ ਮਤਲਬ ਡੈਸੀਮਲ ਤੋਂ ਬਾਅਦ ਪੁਆਇੰਟ ਤੋਂ ਬਾਅਦ ਆਪਾਂ ਨੂੰ ਵੱਧ ਤੋਂ ਵੱਧ 2 ਨੰਬਰ ਚਾਹੀਦੇ ਨੇ। ਤਾਂ ਆਪਾਂ ਕੀ ਕਰਾਂਗੇ, ਹਰ ਇੱਕ ਨੰਬਰ ਨੂੰ ਇੱਦਾਂ ਦਾ ਬਣਾ ਲਾਂਗੇ ਕਿ ਉਹਦੇ ਡੈਸੀਮਲ ਤੋਂ ਬਾਅਦ ਕਿੰਨੇ ਡਿਜਿਟ ਹੋਣੇ ਚਾਹੀਦੇ ਆ, 2 ਡਿਜਿਟ ਹੋਣੇ ਚਾਹੀਦੇ ਆ। ਇਹਦਾ ਮਤਲਬ 4 ਨੂੰ ਆਪਾਂ ਕੀ ਲਿਖਾ ਲਾਂਗੇ 4.00 ਤੇ 100 ਨੂੰ ਵੀ ਆਪਾਂ ਕੀ ਲਿਖ ਲਾਂਗੇ 100.00 ਕਿਉਂਕਿ 100 ਤਾਂ ਆਪਾਂ ਨੂੰ ਚਾਹੀਦਾ ਹੀ ਆ। ਪੁਆਇੰਟ ਤੋਂ ਬਾਅਦ ਆਪਾਂ ਜਿੰਨੀਆਂ ਮਰਜ਼ੀ ਜ਼ੀਰੋਜ਼ ਲਗਾ ਲਈਏ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ। ਤੇ 12.6 ਦੇ ਮਗਰ ਇੱਕ ਡਿਜਿਟ ਸੀ ਤਾਂ ਆਪਾਂ ਇੱਕ 0 ਹੋਰ ਲਗਾ ਲਾਂਗੇ। ਹੁਣ ਦੇਖੋ ਮੈਂ ਲਾਈਨ ਪੂਰੀ ਲਗਾਈ ਹੋਈ ਆ, ਡੈਸੀਮਲ ਦੇ ਨੀਚੇ ਡੈਸੀਮਲ ਲਾਇਆ ਹੋਇਆ। 12.6 ਨੂੰ ਕੀ ਲਿਖ ਲਿਆ 12.60, 4 ਨੂੰ ਕੀ ਲਿਖ ਲਿਆ 4.00, 0.24 ਲਿਖ ਲਿਆ, ਇਹ ਤਾਂ ਦਿੱਤਾ ਹੀ ਹੋਇਆ ਸੀ। 100 ਨੂੰ ਕੀ ਲਿਖ ਲਿਆ 100.00 ਤੇ ਜਿਵੇਂ ਆਪਾਂ ਸਿੰਪਲ ਐਡ ਕਰਦੇ ਹਾਂ ਉਵੇਂ ਹੀ ਆਪਾਂ ਕੀ ਕਰ ਲਾਂਗੇ ਐਡ ਕਰ ਲਾਂਗੇ। ਤਾਂ ਪਹਿਲਾ ਸਟੈਪ ਕੀ ਆ ਵੀ ਆਪਾਂ ਡੈਸੀਮਲ ਪੁਆਇੰਟਸ ਨੂੰ ਲਾਈਨਸ ਦੇ ਵਿੱਚ ਲਿਖਾਂਗੇ। ਸੈਕਿੰਡ ਪੁਆਇੰਟ ਕੀ ਆ ਆਪਾਂ ਹੋਲ ਨੰਬਰਸ ਨੂੰ ਅੱਗੇ ਹੀ ਲਿਖਾਂਗੇ ਤੇ ਜਿਹੜੀਆਂ ਆਪਣੇ ਕੋਲੇ ਖਾਲੀ ਸਪੇਸਿਸ ਬਚ ਗਈਆਂ ਪੁਆਇੰਟ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਕੀ ਲਗਾ ਦਾਂਗੇ ਜ਼ੀਰੋਜ਼ ਲਗਾ ਦਾਂਗੇ। ਦੇਖੋ ਇਹਨਾਂ ਨੇ ਹੋਲ ਨੰਬਰਸ ਨੂੰ ਰੈੱਡ ਨਾਲ ਡੋਨੇਟ ਕੀਤਾ ਹੋਇਆ ਤੇ ਸਾਰੀਆਂ ਜ਼ੀਰੋਜ਼ ਨੂੰ ਬਲੂ ਕਲਰ ਨਾਲ ਸਪੈਸ਼ਲੀ ਦਿਖਾਇਆ ਹੋਇਆ ਵੀ ਜਿਹੜੀ ਜਗ੍ਹਾ ਖਾਲੀ ਸੀ ਉਹਦੀ ਜਗ੍ਹਾ ਤੇ ਆਪਾਂ ਕੀ ਲਗਾਤੀ 0 ਲਗਾਤੀ। ਨੈਕਸਟ ਆ ਮਲਟੀਪਲੀਕੇਸ਼ਨ ਦਾ ਸਿੰਪਲ ਮੈਥਡ ਤਾਂ ਇਹੀ ਹੈ, ਜਿਵੇਂ ਮੰਨ ਲਓ ਕੁਐਸਚਨ ਦਿੱਤਾ ਵੀ 1.2 ਨੂੰ 1.5 ਨਾਲ ਮਲਟੀਪਲਾਈ ਕਰੋ। ਪਹਿਲਾਂ ਕੀ ਕਰੋ 12 ਨੂੰ 15 ਨਾਲ ਮਲਟੀਪਲਾਈ ਕਰ ਲਓ, ਜਿੰਨਾ ਆਨਸਰ ਆ ਗਿਆ। ਹੁਣ ਦੇਖੋ ਇੱਥੇ ਕਿੰਨੇ ਡੈਸੀਮਲ ਆ, ਇੱਕ ਛੱਡ ਕੇ ਡੈਸੀਮਲ ਲੱਗਿਆ ਹੋਇਆ, ਇੱਥੇ ਵੀ ਇੱਕ ਡਿਜਿਟ ਛੱਡ ਕੇ, ਤਾਂ 2 ਡਿਜਿਟ ਛੱਡ ਕੇ ਕੀ ਲਗਾ ਦਿਓ ਡੈਸੀਮਲ ਲਗਾ ਦਿਓ। ਕੁਐਸਚਨ ਕੀ ਆ ਹੁਣ ਜਿਵੇਂ 0.12 ਨੂੰ 0.39 ਨਾਲ ਮਲਟੀਪਲਾਈ ਕੀਤਾ। ਹੁਣ ਦੇਖੋ ਉੱਪਰ ਵੀ 2 ਡਿਜਿਟ ਸੀ, ਨੀਚੇ ਵੀ 2 ਡਿਜਿਟ ਸੀ, ਤਾਂ ਇਹਦਾ ਮਤਲਬ ਜਿਹੜਾ ਆਪਣਾ ਆਨਸਰ ਆਊਗਾ ਉਹ ਕਿੰਨੇ ਡਿਜਿਟ ਛੱਡ ਕੇ ਡੈਸੀਮਲ ਲੱਗੂਗਾ 4 ਡਿਜਿਟ ਛੱਡ ਕੇ ਕੀ ਲੱਗੂਗਾ ਡੈਸੀਮਲ ਲੱਗੂਗਾ। ਤੇ ਜਿਵੇਂ ਆਪਾਂ ਮਲਟੀਪਲਾਈ ਕਰਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਮਲਟੀਪਲਾਈ ਕਰਨਾ ਆ। ਹੁਣ ਮੈਨੂੰ ਇਹ ਗੱਲ ਦੱਸੋ ਵੀ ਇੱਥੇ ਸਪੇਸ ਕਿਉਂ ਛੱਡੀ ਹੁੰਦੀ ਆ। ਇਹ ਵੀ ਥੋੜ੍ਹੀ ਜਿਹੀ ਵੈਸੇ ਪੇਪਰ ਨਾਲ ਲਿੰਕ ਨਹੀਂ ਹੈਗੀ ਗੱਲ, ਪਰ ਫਿਰ ਵੀ ਮੈਂ ਦੱਸਣਾ ਚਾਹੂੰਗੀ। ਜਿਵੇਂ ਮੰਨ ਲਓ ਹੁਣ ਆਪਾਂ ਜੋੜ ਕਰਦੇ ਹਾਂ, ਜਿਵੇਂ 1 2 3 ਦੇ ਵਿੱਚ ਆਪਾਂ 5 6 7 ਮੰਨ ਲਓ ਐਡ ਕੀਤਾ, ਮਾਈਨਸ ਕਰਦੇ ਹਾਂ। ਚਲੋ ਮਾਈਨਸ ਕਰਦੇ ਹਾਂ, ਐਡ ਦਾ ਤਾਂ ਕੋਈ ਗੱਲ ਨਹੀਂ, ਆਪਾਂ ਮਾਈਨਸ ਦਾ ਸਮ ਕਰਵਾਉਣ ਲੱਗੀ ਹਾਂ ਮੈਂ ਇੱਕ ਵਾਰੀ। ਡੈਸੀਮਲ ਤੋਂ ਥੋੜ੍ਹਾ ਜਿਹਾ ਅਲੱਗ ਆ। ਮੰਨ ਲਓ ਮੈਂ ਮਾਈਨਸ ਕਰਨਾ 9 5 ਤੇ 1। ਆਪਾਂ ਨੂੰ ਇਹ ਗੱਲ ਸਿਖਾਈ ਜਾਂਦੀ ਆ ਵੀ ਇਹਨੇ ਇਹਨੂੰ 1 ਦਿੱਤਾ ਤਾਂ ਇੱਥੇ 17 ਕਿਉਂ ਬਣਦਾ। 1 ਦਿੱਤਾ ਤਾਂ ਇੱਥੇ 8 ਬਣਨਾ ਚਾਹੀਦਾ ਸੀ, ਕਿਉਂ 17 ਬਣਦਾ? ਕਿਉਂਕਿ ਜਿਹੜਾ ਨੰਬਰ ਆਪਣੇ ਕੋਲੇ ਲਿਖਿਆ ਵਾ ਨਾ 568 ਦਾ ਮਤਲਬ ਆ 500 ਪਲੱਸ 60 ਪਲੱਸ ਇੱਥੇ 7 ਲਿਖਿਆ ਵਾ ਸੀ ਪਲੱਸ 7। ਇਹ ਜਿਹੜਾ 6 ਆ ਇਹਨੂੰ 1 ਨਹੀਂ ਦਿੰਦਾ, ਇਹਨੂੰ 10 ਦਿੰਦਾ। ਇਹਨੂੰ 10 ਦੇ ਕੇ ਇੱਥੇ ਕੀ ਰਹਿ ਜਾਊਗਾ 50 ਤੇ ਇੱਥੇ ਕੀ ਬਣ ਜਾਊਗਾ 10 ਜੋੜ ਦਾਂਗੇ ਤਾਂ 17 ਬਣ ਜਾਊਗਾ। ਤਾਂ ਕਰਕੇ ਆਪਾਂ 17 ਚੋਂ 9 ਮਾਈਨਸ ਕਰਦੇ ਹਾਂ, ਫਿਰ ਇੱਥੇ ਕਿੰਨਾ ਰਹਿ ਜਾਊਗਾ 50 ਰਹਿ ਜਾਊਗਾ। ਜੇ ਮੰਨ ਲਓ ਹੁਣ ਇੱਥੇ ਮੰਨ ਲਓ ਆਹ ਵਾਲੇ ਨੰਬਰ ਦੀ ਜਗ੍ਹਾ ਆਪਣੇ ਕੋਲੇ 9 ਲਿਖਿਆ ਹੁੰਦਾ ਦੁਬਾਰਾ, ਹੁਣ ਆਪਾਂ ਇੱਥੇ 5 ਰਹਿ ਗਿਆ, 5 ਚੋਂ ਤਾਂ ਆਪਾਂ 9 ਮਾਈਨਸ ਹੀ ਨਹੀਂ ਕਰ ਸਕਦੇ। ਹੁਣ ਇੱਥੇ ਆਪਣੇ ਕੋਲ ਆਪਾਂ 9 ਨਹੀਂ ਮਾਈਨਸ ਕਰਦੇ ਪਏ, ਆਪਾਂ 90 ਮਾਈਨਸ ਕਰਦੇ ਪਏ ਹਾਂ, ਕਿਉਂਕਿ 199 ਨੂੰ ਆਪਾਂ ਕੀ ਲਿਖ ਸਕਦੇ ਹਾਂ 100 ਪਲੱਸ 90 ਪਲੱਸ 9। ਇਹਦਾ ਮਤਲਬ 50 ਦੇ ਵਿੱਚੋਂ ਤਾਂ ਆਪਾਂ 90 ਮਾਈਨਸ ਹੀ ਨਹੀਂ ਕਰ ਸਕਦੇ। ਫਿਰ ਜਿਹੜਾ 500 ਆ ਇਹਨੂੰ ਕਿੰਨੇ ਦੇਊਗਾ 100 ਦੇਊਗਾ, 100 ਦੇਊਗਾ ਤਾਂ ਇੱਥੇ ਕੀ ਬਣ ਜਾਊਗਾ 150 ਬਣ ਜਾਊਗਾ। ਤਾਂ ਹੀ ਆਪਾਂ ਇੱਥੇ ਕਿੰਨੇ ਲਿਖਾਂਗੇ ਵੀ ਇੱਥੇ ਕਿੰਨੇ ਆ ਗਏ 15 ਬਣ ਗਏ ਤੇ ਇੱਥੇ ਕਿੰਨੇ ਰਹਿ ਜਾਣਗੇ 400 ਰਹਿ ਜਾਣਗੇ। ਇਹ ਚੀਜ਼ ਆਪਾਂ ਨੂੰ ਛੋਟੀਆਂ ਕਲਾਸਾਂ ਦੇ ਵਿੱਚ ਕਰਵਾਈ ਜਾਂਦੀ ਆ ਵੀ ਆਪਾਂ ਇਹਦੇ ਤੋਂ ਬੋਰੋ ਕੀਤਾ, ਇਹਦੇ ਤੋਂ ਲਏ 1 ਤੇ ਇੱਥੇ ਕਿੰਨਾ ਬਣ ਗਿਆ 17 ਤੇ 17 ਚੋਂ 9 ਕੱਢੇ ਕਿੰਨੇ ਆ ਗਏ ਆਪਣੇ ਕੋਲੇ 8 ਆ ਗਏ। ਫਿਰ ਆਪਣੇ ਕੋਲ ਇਹ 6 ਸੀ, ਹੁਣ ਥੱਲੇ 9 ਆ, ਫਿਰ ਇਹਦੇ ਕੋਲੇ ਵੀ ਘੱਟ ਆ, ਇਹ ਵੀ ਇਹਦੇ ਤੋਂ 1 ਲਊਗਾ ਤੇ ਇੱਥੇ ਕਿੰਨੇ ਬਣ ਜਾਣਗੇ 15 ਬਣ ਜਾਣਗੇ। ਬਟ ਇਹ 15 ਨਹੀਂ ਬਣਨਗੇ, ਕਿੰਨੇ ਬਣਨਗੇ 150 ਬਣਨਗੇ, ਕਿਉਂਕਿ ਉਹ 5 ਤੋਂ 500 ਹੁੰਦਾ ਉੱਥੇ, ਉਹ 500 ਕੋਲੋਂ ਕਿੰਨੇ ਲਊਗਾ 100 ਲਊਗਾ। ਤਾਂ ਮਲਟੀਪਲੀਕੇਸ਼ਨ ਦੇ ਵਿੱਚ ਵੀ ਇਹੀ ਚੀਜ਼ ਆ। ਮਲਟੀਪਲਾਈ ਦੇ ਕੇਸ ਵਿੱਚ ਕੀ ਹੁੰਦਾ ਆ, ਹੁਣ ਜਿਵੇਂ ਆਪਣੇ ਕੋਲ ਆ ਪਿਛਲਾ ਸਮ ਹੀ ਸੀਗਾ 0.12, ਪੁਆਇੰਟ ਨੂੰ ਭੁੱਲ ਜਾਓ ਇੱਕ ਵਾਰੀ, ਆਪਾਂ 12 ਨੂੰ 39 ਨਾਲ ਗੁਣਾ ਕੀਤਾ। 12 ਨੂੰ ਆਪਾਂ ਕਾਹਦੇ ਨਾਲ ਗੁਣਾ ਕਰਦੇ ਪਏ ਹਾਂ 30 ਪਲੱਸ 9 ਨਾਲ ਗੁਣਾ ਕਰਦੇ ਪਏ ਹਾਂ। ਦੇਖੋ ਪਹਿਲਾਂ ਆਪਾਂ 12 ਨੂੰ 9 ਨਾਲ ਗੁਣਾ ਕੀਤੀ, 12 ਨੂੰ 9 ਨਾਲ ਗੁਣਾ ਕੀਤੀ 108 ਆ ਗਈ।
ਹੁਣ ਆਪਾਂ 12 ਨੂੰ 30 ਨਾਲ ਗੁਣਾ ਕਰਦੇ ਪਏ ਹਾਂ। 12 ਨੂੰ 30 ਨਾਲ ਗੁਣਾ ਕਰਨ ਦੀ ਬਜਾਏ ਆਪਾਂ ਸ਼ਾਰਟਕਟ ਦੇ ਵਿੱਚ ਜਿਹੜਾ ਇਹ ਵਾਲਾ ਮੈਥਡ ਆਪਣਾ ਸ਼ਾਰਟਕਟ ਮੈਥਡ ਆ। ਅਸਲੀ ਮਲਟੀਪਲੀਕੇਸ਼ਨ ਇਹ ਹੁੰਦੀ ਆ, ਜਦੋਂ ਆਪਾਂ 12 ਨੂੰ 3 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਪਣੇ ਕੋਲੇ 36 ਆ ਜਾਂਦਾ ਤੇ 30 ਦੇ ਮਗਰਲੀ 0 ਉਵੇਂ ਹੀ ਇੱਥੇ 0 ਆ ਜਾਂਦੀ ਹੈ, ਜਿਹੜੀ ਆਪਾਂ ਇਹ ਖਾਲੀ ਥਾਂ ਜਿੱਥੇ ਮੋਸਟਲੀ ਆਪਾਂ ਕੀ ਲਾਉਂਦੇ ਆ ਮਲਟੀਪਲਾਈ ਦਾ ਸਾਈਨ ਵੀ ਲਾ ਦਿੰਦੇ ਆ, ਬਟ ਐਕਚੁਅਲੀ ਇੱਥੇ ਕੀ ਹੁੰਦੀ ਆ 30 ਵਾਲੀ 0 ਹੁੰਦੀ ਆ, ਤਾਂ ਕਰਕੇ ਆਪਣੇ ਕੋਲੇ ਇੱਦਾਂ ਮਲਟੀਪਲਾਈ ਕਰਦੇ ਆ ਆਪਾਂ। ਚਲੋ ਆਪਾਂ ਡੈਸੀਮਲ 'ਤੇ ਆ ਜਾਂਦੇ ਹਾਂ ਦੁਬਾਰਾ। ਡੈਸੀਮਲ ਦੀ ਮਲਟੀਪਲੀਕੇਸ਼ਨ ਦਾ ਮਤਲਬ ਕੀ ਆ, ਜਿੰਨੇ ਦੋ ਨੰਬਰਾਂ ਦੇ ਵਿੱਚ ਡੈਸੀਮਲ ਲਗਾ ਕੇ ਆਪਾਂ ਇੱਕ ਕੁਐਸਚਨ ਹੀ ਕਰ ਲੈਂਦੇ ਹਾਂ। ਜਿਵੇਂ ਮੰਨ ਲਓ 1.2 ਗੁਣਾ 1.2 ਨੂੰ ਸੋਲਵ ਕਰਨਾ। ਇਹਨੂੰ ਕਿਵੇਂ ਸੋਲਵ ਕਰਾਂਗੇ? ਇਹ 12 ਨੂੰ ਪਹਿਲਾਂ 12 ਨਾਲ ਮਲਟੀਪਲਾਈ ਕਰ ਲਓ। 12 ਨੂੰ 12 ਨਾਲ ਮਲਟੀਪਲਾਈ ਕੀਤਾ 144 ਆ ਜਾਊਗਾ। 144 ਆ ਗਿਆ। ਹੁਣ 1.2 'ਚ ਵੀ ਇੱਕ ਛੱਡ ਕੇ ਡਿਜਿਟ ਆ, ਤੇ ਇਹਦੇ ਵਿੱਚ ਵੀ ਇੱਕ ਛੱਡ ਕੇ ਪਿੱਛੋਂ ਦੇਖਣਾ ਆਪਾਂ ਹਮੇਸ਼ਾ। ਇੱਕ ਡਿਜਿਟ ਛੱਡ ਕੇ ਪੁਆਇੰਟ ਲੱਗਿਆ ਹੋਇਆ, ਇਹਦੇ ਵਿੱਚ ਵੀ ਇੱਕ ਛੱਡ ਕੇ ਪੁਆਇੰਟ ਲੱਗਿਆ ਹੋਇਆ, ਤਾਂ 2 ਛੱਡ ਕੇ ਆਪਾਂ ਕਿੱਥੇ ਲਾ ਦਾਂਗੇ? ਇੱਥੇ ਪੁਆਇੰਟ ਲਾ ਦਾਂਗੇ। ਹੁਣ ਅੱਗੇ ਆ ਗਿਆ ਡਿਵੀਜ਼ਨ ਦੇ ਵਿੱਚ ਕਿਵੇਂ ਕਰਨਾ ਆ। ਡਿਵੀਜ਼ਨ ਦੇ ਵਿੱਚ ਵੀ ਸੇਮ ਤਰੀਕਾ, 2 ਮੈਥਡ ਆ ਡਿਵੀਜ਼ਨ ਦੇ ਸੋਲਵ ਕਰਨ ਦੇ। ਜਿਵੇਂ ਹੁਣ ਆਪਣਾ ਕੁਐਸਚਨ ਆ ਵੀ ਆਪਣਾ ਕੁਐਸਚਨ ਦਿੱਤਾ ਹੋਇਆ 9.28 ਨੂੰ 0.4 ਦੇ ਨਾਲ ਡਿਵਾਈਡ ਕਰੋ। 9.28 ਨੂੰ 0.4 ਨਾਲ ਡਿਵਾਈਡ ਕਰੋ। ਆਪਾਂ ਕੀ ਕਰਨਾ? ਸਿੰਪਲੀ 928 ਨੂੰ 4 'ਤੇ ਡਿਵਾਈਡ ਕਰ ਲੈਣਾ। ਕਿੰਨਾ ਆਨਸਰ ਆ ਜਾਊਗਾ? 4 ਦੂਣੀ 8, 12, 4 ਤੀਏ 12 ਅਤੇ 4 ਦੂਣੀ 8, ਯਾਨੀ ਕਿ 232 ਆ ਗਿਆ। 232 ਆ ਗਿਆ। ਹੁਣ ਮਲਟੀਪਲੀਕੇਸ਼ਨ ਦੇ ਵਿੱਚ ਆਪਾਂ ਕੀ ਕਰਦੇ ਸੀ? ਜਿੰਨਾ ਡੈਸੀਮਲ ਇੱਥੇ ਸੀ ਇੰਨਾ ਡੈਸੀਮਲ ਇੱਥੇ ਸੀ, ਦੋਨਾਂ ਨੂੰ ਜੋੜ ਕੇ ਉਨੇ ਡਿਜਿਟ ਛੱਡ ਕੇ ਡੈਸੀਮਲ ਲਗਾ ਦਿੰਦੇ ਸੀ। ਹੁਣ ਕੀ ਕਰਨਾ? ਇੱਥੇ ਕਿੰਨੇ ਡਿਜਿਟ ਛੱਡ ਕੇ ਡੈਸੀਮਲ ਲੱਗਿਆ ਹੋਇਆ? 2 ਛੱਡ ਕੇ ਲੱਗਿਆ ਹੋਇਆ। ਇੱਥੇ ਕਿੰਨੇ ਡਿਜਿਟ ਛੱਡ ਕੇ ਲੱਗਿਆ ਹੋਇਆ? 1 ਡਿਜਿਟ ਛੱਡ ਕੇ ਡੈਸੀਮਲ ਲੱਗਿਆ ਹੋਇਆ। ਇਹਨਾਂ ਨੂੰ ਮਾਈਨਸ ਕਰ ਦੇਣਾ। ਮਾਈਨਸ ਕਰਕੇ ਕਿੰਨਾ ਆ ਗਿਆ? 1 ਆ ਗਿਆ। ਯਾਨੀ ਕਿ ਆਪਾਂ 1 ਡਿਜਿਟ ਛੱਡ ਕੇ ਕੀ ਲਗਾ ਦੇਣਾ? ਡੈਸੀਮਲ ਲਗਾ ਦੇਣਾ। ਯਾਨੀ ਕਿ ਆਨਸਰ ਕੀ ਆਊਗਾ? 23.2। ਧਿਆਨ ਰੱਖਣਾ ਮਲਟੀਪਲਾਈ ਦੇ ਵਿੱਚ ਆਪਾਂ ਐਡ ਕਰਨੇ ਆ, ਅਤੇ ਡੈਸੀਮਲ ਜਿਵੇਂ ਹੁਣ ਆਪਾਂ 1.2 ਗੁਣਾ 1.2 ਕੀਤਾ ਸੀ ਤਾਂ ਕਿੰਨਾ ਆਇਆ ਸੀ? 1 ਇੱਥੇ ਆ ਗਿਆ। ਇੱਕ ਡੈਸੀਮਲ ਛੱਡ ਕੇ ਇੱਥੇ ਲੱਗਿਆ ਡਿਜਿਟ, ਇੱਥੇ 1 ਡਿਜਿਟ ਛੱਡ ਕੇ ਡੈਸੀਮਲ ਲੱਗਿਆ, ਤਾਂ 1 + 1 2 ਡਿਜਿਟ ਛੱਡ ਕੇ ਆਪਾਂ ਡੈਸੀਮਲ ਲਗਾਉਣਾ। ਹੁਣ ਇਹਦੇ ਵਿੱਚ ਦੂਸਰਾ ਮੈਥਡ ਕੀ ਆ? ਇਹਦਾ ਦੂਸਰਾ ਮੈਥਡ ਵੀ ਮੈਂ ਕਰਵਾ ਦਿੰਦੀ ਹਾਂ। ਦੂਸਰਾ ਮੈਥਡ ਇਹ ਹੈ ਵੀ ਜਿਵੇਂ ਆਪਣਾ ਕੁਐਸਚਨ ਸੀ 9.28, ਇਹਨੂੰ ਆਪਾਂ ਡਿਵਾਈਡ ਕਰਨਾ 0.4 ਦੇ ਨਾਲ। ਹੁਣ 9.28 ਦਾ ਮਤਲਬ ਜੇ ਆਪਾਂ ਪੁਆਇੰਟ ਨੂੰ ਹਟਾ ਦਈਏ ਤਾਂ ਨੀਚੇ 100 ਲੱਗ ਜੂਗਾ, ਅਤੇ ਜੇ ਆਪਾਂ 0.4 ਨੂੰ ਹਟਾ ਦਈਏ ਤਾਂ ਨੀਚੇ ਕਿੰਨਾ ਲੱਗ ਜੂਗਾ? 10 ਲੱਗ ਜੂਗਾ। ਹੁਣ ਇਹਦਾ ਮਤਲਬ ਵੀ ਜਦੋਂ ਆਪਾਂ ਭਾਗ ਕੀਤੀ ਤਾਂ ਇਹਦੀ 1 0 ਨਾਲ ਕੱਟੀ ਜਾਊਗੀ, ਯਾਨੀ ਕਿ 10 ਰਹਿ ਜੂਗਾ। ਯਾਨੀ ਕਿ ਜਿਹੜਾ ਆਪਾਂ ਆਨਸਰ ਲਾਉਣਾ ਉਹਦੇ 'ਚ ਕਿੰਨੇ ਡਿਜਿਟ ਛੱਡ ਕੇ ਡੈਸੀਮਲ ਲਾਉਣਾ? 1 ਡਿਜਿਟ ਛੱਡ ਕੇ ਡੈਸੀਮਲ ਲਾਉਣਾ। ਇੱਕ ਮੈਥਡ ਇਹ ਆ। ਇੱਕ ਮੈਥਡ ਇਹ ਵੀ ਆ। ਇਹ ਮੈਥਡ ਕੀ ਆ? ਉਹ ਕਹਿੰਦੇ ਚੇਂਜ ਦਾ ਡਿਵਾਈਜ਼ਰ ਟੂ ਅ ਹੋਲ ਨੰਬਰ ਬਾਈ ਮੂਵਿੰਗ ਡੈਸੀਮਲ ਪੁਆਇੰਟ। ਉਹ ਕਹਿੰਦੇ ਜਿਹੜਾ ਡਿਵਾਈਜ਼ਰ ਆ ਉਹਦਾ ਡੈਸੀਮਲ ਹਟਾ ਦਿਓ, ਉਹਨੂੰ ਹੋਲ ਨੰਬਰ ਬਣਾ ਦਿਓ। ਯਾਨੀ ਕਿ 0.4 ਦਾ ਆਪਾਂ ਡੈਸੀਮਲ ਹਟਾਤਾ, ਕਿੰਨਾ ਮੂਵ ਕਰਵਾਤਾ? 0.4 ਸੀ, ਆਪਾਂ ਇਹਨੂੰ ਮੂਵ ਕਰਵਾਤਾ। ਕਿੰਨਾ ਮੂਵ ਕਰਵਾਇਆ ਆਪਾਂ? 1 ਡਿਜਿਟ ਮੂਵ ਕਰਵਾਇਆ, ਤਾਂ ਇਹ ਕਿੰਨਾ ਬਣ ਗਿਆ? 4 ਬਣ ਗਿਆ। 4 'ਤੇ ਉਹ ਆਉਂਦੇ ਉਹਨੂੰ ਡਿਵਾਈਡ ਕਰਵਾ ਲਓ। ਐਂਡ ਮੂਵ ਡੈਸੀਮਲ ਪੁਆਇੰਟ ਇਨ ਦਾ ਡਿਵੀਡੈਂਟ ਸੇਮ ਨੰਬਰ ਆਫ ਪਲੇਸਿਸ। ਅਤੇ 9.28 ਵਾਲੇ ਡੈਸੀਮਲ ਨੂੰ ਜਿੰਨੇ ਪੁਆਇੰਟ ਇੱਧਰ ਮੂਵ ਕਰਵਾਇਆ ਓਨਾ ਹੀ ਉੱਧਰ ਮੂਵ ਕਰਵਾ ਲਓ, ਤਾਂ ਇਹਨੂੰ ਵੀ 1 ਮੂਵ ਕਰਵਾ ਲਓ, ਤਾਂ ਇਹ ਕਿੰਨਾ ਬਣ ਜੂਗਾ? 92.8। ਅਤੇ ਡਿਵੀਜ਼ਨ ਕਰ ਲਓ, ਜਿੱਥੇ ਡੈਸੀਮਲ ਆਊਗਾ ਉੱਥੇ ਡੈਸੀਮਲ ਲਗਾ ਦਿਓ। ਯਾਨੀ ਕਿ 92.8 ਨੂੰ ਕੀ ਕਰ ਲਓ? 4 ਨਾਲ ਡਿਵਾਈਡ ਕਰ ਲਓ। ਜਦੋਂ ਆਪਾਂ 4 ਨਾਲ ਡਿਵਾਈਡ ਕਰਾਂਗੇ ਤਾਂ ਇੱਥੇ ਡੈਸੀਮਲ ਲੱਗ ਜੂਗਾ। ਯਾਨੀ ਕਿ ਡਿਵੀਜ਼ਨ ਦੇ ਵਿੱਚ 3 ਮੈਥਡ ਆ ਡਿਵਾਈਡ ਕਰਨ ਦੇ, ਤੁਸੀਂ ਜਿਹੜਾ ਮਰਜ਼ੀ ਲਗਾ ਲਓ। ਨੈਕਸਟ ਆਪਾਂ ਇਗਜ਼ਾਮਪਲ ਕਰਦੇ ਹਾਂ 11.13 ਨੂੰ ਜੋੜਨਾ ਆ 12.3 ਦੇ ਨਾਲ। ਹੁਣ ਦੇਖੋ ਮੈਂ ਡੈਸੀਮਲ ਦੇ ਨੀਚੇ ਡੈਸੀਮਲ ਰੱਖ ਲਿਆ, ਇੱਕ ਜਗ੍ਹਾ ਬਚ ਗਈ, ਇੱਥੇ ਆਪਾਂ ਕੀ ਲਗਾ ਲਾਂਗੇ? 0। ਮੈਥਡ ਸੇਮ ਹੀ ਆ। 3 + 0 ਕਿੰਨਾ ਆ ਜੂਗਾ? 3, 3 ਤੇ 1 4, 2 ਤੇ 1 3 ਤੇ 2, 23.43 ਕੀ ਆ ਜੂਗਾ? ਇਹਦਾ ਆਨਸਰ ਆ ਜੂਗਾ। ਨੈਕਸਟ ਕੁਐਸਚਨ ਆ 22/100 + 13/1000 ਨੂੰ ਐਡ ਕਰਨਾ। ਹੁਣ ਦੇਖੋ ਫਰੈਕਸ਼ਨ ਦੇ ਵਿੱਚ ਐਡ ਕਰਨ ਨਾਲੋਂ ਆਪਾਂ ਡੈਸੀਮਲ ਦੇ ਵਿੱਚ ਕਨਵਰਟ ਕਰਾਂਗੇ। 22/100 ਦਾ ਮਤਲਬ ਕੀ ਆ? 2 ਡਿਜਿਟ ਛੱਡ ਕੇ ਪੁਆਇੰਟ ਲਾਉਣਾ, ਤਾਂ ਇਹ ਕੀ ਬਣ ਜੂਗਾ? 0.22
प्लस 3 डिजिट छड्ड के हुण 3 डिजिट है नहीं गे, अगे 0 लगा लो, अगे 0 जिन्नियां मर्जी लगा लो। हुण आपां किन्ने डिजिट छड्डने आ? 3 डिजिट 1 2 ते 3, यानी कि इत्थे पॉइंट लग जूगा, यानी कि इन्हां नूं आपां ऐड करना। हुण इहनूं किवें ऐड करांगे आपां? 0 पॉइंट बाई मूरलियां 0 भावें हटा लो, 0 पॉइंट दे नीचे मैं पॉइंट ला लिया 0 1 3, ਤਾਂ ਹੁਣ ਆਹ ਖਾਲੀ ਜਗ੍ਹਾ ਬਚ ਗਈ, ਇੱਥੇ 0 ਲਾ ਲਓ, 3 + 0 3, 2 ਤੇ 1 3, 2 0.223 ਕੀ ਆ ਗਿਆ? ਇਹਦਾ ਆਨਸਰ ਆ ਗਿਆ। ਇਹ ਆਪਣੀ ਸੀਗੀ ਐਡੀਸ਼ਨ। ਕੱਲ੍ਹ ਮੈਂ ਮਲਟੀਪਲੀਕੇਸ਼ਨ ਦੇ ਹੋਰ ਵੀ ਇੱਧਰ ਥੋੜ੍ਹੇ ਟਫ ਕੁਐਸਚਨਸ ਆਪਾਂ ਕਰਾਂਗੇ, ਅਤੇ ਇਹ ਤੁਹਾਡਾ ਸਿਲੇਬਸ ਆ ਜੋ ਮੈਂ ਸ਼ੇਅਰ ਕਰਨ ਲੱਗੀ ਹਾਂ। ਪਹਿਲਾ ਸੀਗਾ ਨੰਬਰ ਸਿਸਟਮ ਐਂਡ ਦੇਅਰ ਰਿਲੇਸ਼ਨ, ਇਹਦੇ ਵਿੱਚ ਉਹੀ ਰਿਲੇਸ਼ਨ ਵਾਲੇ ਫਾਰਮੂਲਾਜ਼ ਸੀਗੇ ਜੋ ਮੈਂ ਕਰਵਾਤੇ। ਸੈਕਿੰਡ ਚੈਪਟਰ ਸਿੰਪਲੀਫਿਕੇਸ਼ਨ ਆਪਣਾ ਰਹਿੰਦਾ ਆ, ਉਹ ਮੈਂ ਕਰਵਾ ਦੂੰਗੀ। ਡੈਸੀਮਲ ਆਪਾਂ ਅੱਜ ਸਟਾਰਟ ਕਰ ਲਿਆ, ਕੱਲ੍ਹ ਇਹਦੇ MCQs ਕਵਰ ਅਪ ਕਰਕੇ ਫ੍ਰੈਕਸ਼ਨ ਚੈਪਟਰ ਆਪਾਂ ਕਰ ਲਾਂਗੇ। ਇੱਕ ਮੈਂ ਥੋੜ੍ਹਾ ਬਹੁਤ HCF ਐਂਡ LCM ਕਰਵਾਉਂਗੀ, ਉਹ ਕਾਫੀ ਯੂਜ਼ ਹੁੰਦਾ ਇਹਦੇ ਵਿੱਚ। ਫਿਰ ਆਪਾਂ ਉਸ ਤੋਂ ਬਾਅਦ ਕੰਟੀਨਿਊਟੀ ਸਾਰੇ ਚੈਪਟਰਸ ਕਰ ਲਾਂਗੇ। ਇਹ ਮੋਸਟ ਈਜ਼ੀ ਚੈਪਟਰ ਨੇ। ਪ੍ਰੋਫਿਟ ਐਂਡ ਲੋਸ, ਸਿੰਪਲ ਇੰਟਰਸਟ, ਟਾਈਮ ਐਂਡ ਵਰਕ, ਪਰਸੈਂਟੇਜ, ਰੇਸ਼ੋ ਐਂਡ ਪ੍ਰੋਪੋਰਸ਼ਨ, ਇਹ ਵਾਲੇ ਟੌਪਿਕ ਆਪਾਂ ਸਾਰੇ ਕਵਰ ਅਪ ਕਰਾਂਗੇ। ਐਂਡ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਥੈਂਕਸ, ਹੈਵ ਅ ਨਾਈਸ ਡੇ।